ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ। ਹਾਂਜੀ ਸੰਗਤ ਜੀ, ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 68 ਤੇ 69 ਉੱਤੇ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਬਾਣੀ ਗੁਰੂ ਅਮਰਦਾਸ ਜੀ ਦੀ ਚੱਲ ਰਹੀ ਹੈ ਜੀ, ਸ੍ਰੀ ਰਾਗ ਦੇ ਵਿੱਚ। ਸ੍ਰੀ ਰਾਗ ਮਹੱਲਾ ਤੀਜਾ। ਸਹਿਜੇ ਨੋ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ। ਪੜ ਪੜ ਪੰਡਤ ਜੋਤ ਕੀ, ਥਕੇ ਪੇਖੀ ਪਰਮ ਭੁਲਾਏ। ਗੁਰ ਭੇਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜਾਏ। ਹਾਂਜੀ ਸੰਗਤ ਜੀ, ਗੁਰੂ ਅਮਰਦਾਸ ਜੀ ਕਹਿੰਦੇ ਕਿ ਹਰ ਕੋਈ ਇਹ ਲੋਚਦਾ ਕਿ ਮੈਨੂੰ ਆਤਮਿਕ ਅਡੋਲਤਾ ਮਿਲ ਜਾਏ, ਮੈਨੂੰ ਸਹਿਜ ਮਿਲ ਜਾਏ। ਪਰ ਕਹਿੰਦੇ ਗੁਰੂ ਤੋਂ ਬਿਨਾਂ ਸਹਿਜ ਆਤਮਿਕ ਅਡੋਲਤਾ ਨਹੀਂ ਮਿਲ ਸਕਦੇ। ਕਹਿੰਦੇ ਜਿਹੜੇ ਪੰਡਿਤ ਨੇ, ਹੋਰ ਜੋਤਸ਼ੀ ਨੇ, ਕਹਿੰਦੇ ਜਿਹੜੇ ਛੇ ਭੇਖਾਂ ਦੇ ਕਹਿੰਦੇ ਹੋਰ ਸਾਧੂ ਨੇ, ਸਾਰੇ ਕਹਿੰਦੇ ਧਾਰਮਿਕ ਪੁਸਤਕਾਂ ਪੜ੍ਹ ਪੜ੍ਹ ਥੱਕ ਗਏ ਨੇ। ਕਹਿੰਦੇ ਬਸ ਭਰਮ ਦੇ ਵਿੱਚ ਭੁੱਲੇ ਹੋਏ ਨੇ, ਧਾਰਮਿਕ ਵਿਖਾਵੇ ਵਿੱਚ ਭੁੱਲੇ ਹੋਏ ਨੇ, ਭਰਮ ਵਿੱਚ ਭੁੱਲੇ ਹੋਏ ਨੇ। ਕਹਿੰਦੇ ਜਦੋਂ ਕੋਈ ਜੀਵ ਦਾ ਗੁਰੂ ਦੇ ਨਾਲ ਮਿਲਾਪ ਹੁੰਦਾ ਤਾਂ ਫਿਰ ਪਰਮਾਤਮਾ ਆਪਣੀ ਰਜ਼ਾ ਦੇ ਵਿੱਚ ਕਿਰਪਾ ਕਰਕੇ ਉਸ ਜੀਵ ਨੂੰ ਸਹਿਜ ਦੇ ਦਿੰਦਾ, ਆਤਮਿਕ ਅਡੋਲਤਾ ਦੇ ਦਿੰਦਾ। ਭਾਈ ਰੇ ਗੁਰ ਬਿਨ ਸਹਿਜ ਨਾ ਹੋਏ। ਕਹਿੰਦੇ ਗੁਰੂ ਤੋਂ ਬਿਨਾਂ ਸਹਿਜ ਨਹੀਂ ਮਿਲ ਸਕਦਾ, ਆਤਮਿਕ ਅਡੋਲਤਾ ਨਹੀਂ ਮਿਲ ਸਕਦੀ। ਸਬਦੇ ਹੀ ਤੇ ਸਹਿਜ ਉਪਜੇ, ਹਰ ਪਾਇਆ ਸੱਚ ਸੋਏ। ਜਦੋਂ ਕਹਿੰਦੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਤਮਿਕ ਅਡੋਲਤਾ ਮਿਲਦੀ ਆ ਤਾਂ ਫਿਰ ਉਹ ਸੱਚਾ ਪਰਮਾਤਮਾ ਮਿਲ ਜਾਂਦਾ ਹੈ, ਉਹਨੂੰ ਪਾ ਲਈਦਾ ਹੈ। ਰਹਾਓ। ਸਹਿਜੇ ਗਾਵਿਆ ਥਾਏ ਪਵੈ, ਬਿਨ ਸਹਿਜੈ ਕਥਨੀ ਬਾਦ। ਕਹਿੰਦੇ ਜਦੋਂ ਅਸੀਂ ਸਹਿਜ ਵਿੱਚ ਰਹਿ ਕੇ, ਆਤਮਿਕ ਅਡੋਲਤਾ ਵਿੱਚ ਰਹਿ ਕੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਾਂ, ਕਹਿੰਦੇ ਫੇਰ ਹੀ ਅਸੀਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੁੰਦੇ ਹਾਂ। ਕਹਿੰਦੇ ਬਾਕੀ ਫਿਰ ਜੇ ਇਨਸਾਨ ਵਿੱਚ ਸਹਿਜ ਨਹੀਂ ਹੈਗਾ, ਬਾਕੀ ਸਭ ਗੱਲਾਂ ਤਾਂ ਕਹਿੰਦੇ ਵਿਅਰਥ ਨੇ। ਜੇ ਕਿਸੇ ਨੂੰ ਸਹਿਜ ਹੈ ਨਹੀਂ, ਆਤਮਿਕ ਅਡੋਲਤਾ ਹੈ ਨਹੀਂ, ਤੇ ਧਾਰਮਿਕ ਗੱਲਾਂ ਕਹਿੰਦਾ, ਪਰ ਉਹ ਫਿਰ ਕਹਿੰਦੇ ਸਭ ਵਿਅਰਥ ਹੈ, ਕਿਉਂਕਿ ਉਸ ਨੂੰ ਅਸਲੀਅਤ ਦਾ ਪਤਾ ਨਹੀਂਗਾ। ਸਹਿਜੇ ਹੀ ਭਗਤ ਉਪਜੈ, ਸਹਿਜੇ ਪਿਆਰ ਬੈਰਾਗ। ਕਹਿੰਦੇ ਜਦੋਂ ਕਿਸੇ 'ਚ ਸਹਿਜ ਆਉਂਦਾ ਫੇਰ ਹੀ ਕਹਿੰਦੇ ਉਹਦੇ ਅੰਦਰ ਭਗਤੀ ਕਰਨ ਦੇ ਲਈ ਚਾਅ ਉਪਜਦਾ, ਤੇ ਫਿਰ ਉਹਦੇ ਅੰਦਰ ਪ੍ਰਮਾਤਮਾ ਲਈ ਪਿਆਰ, ਬੈਰਾਗ ਸਭ ਕੁਝ ਸਹਿਜ ਦੇ ਨਾਲ ਹੀ ਪੈਦਾ ਹੁੰਦਾ। ਸਹਿਜੇ ਹੀ ਤੇ ਸੁਖ ਸਾਤ ਹੋਏ, ਬਿਨ ਸਹਿਜੈ ਜੀਵਨ ਬਾਦ। ਕਹਿੰਦੇ ਜਦੋਂ ਕਿਸੇ ਨੂੰ ਸਹਿਜ ਮਿਲਦਾ ਹੈ, ਆਤਮਿਕ ਅਡੋਲਤਾ ਹੁੰਦੀ ਆ, ਫਿਰ ਹੀ ਉਹਨੂੰ ਆਤਮਿਕ ਆਨੰਦ ਮਿਲਦਾ। ਕਹਿੰਦੇ ਸਹਿਜ ਤੋਂ ਬਿਨਾਂ ਜੀਵਨ ਕਹਿੰਦੇ ਬਸ ਵਿਅਰਥ ਹੈਗਾ। ਸਹਿਜ ਸਾਲਾਹੀ ਸਦਾ ਸਦਾ, ਸਹਿਜ ਸਮਾਧ ਲਗਾਏ। ਕਹਿੰਦੇ ਹਮੇਸ਼ਾ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਸ ਸੱਚੇ ਦਾ ਨਾਮ ਜਪਣਾ ਚਾਹੀਦਾ, ਉਹਦੇ ਨਾਲ ਸੁਰਤ ਲਗਾਉਣੀ ਚਾਹੀਦੀ ਆ। ਸਹਿਜੇ ਹੀ ਗੁਣ ਉਚਰੈ, ਭਗਤ ਕਰੇ ਲਿਵ ਲਾਏ। ਕਹਿੰਦੇ ਜੋ ਇਨਸਾਨ ਸਹਿਜ ਜਿਹਨੂੰ ਮਿਲ ਗਿਆ, ਜਿਸ ਜੀਵ ਨੂੰ, ਉਹ ਸਹਿਜ ਵਿੱਚ ਹੀ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਦਾ, ਤੇ ਸਹਿਜ ਦੇ ਵਿੱਚ ਹੀ ਉਹ ਫਿਰ ਲਿਵ ਲਾ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ। ਸਬਦੇ ਹੀ ਹਰ ਮਨ ਵਸੈ, ਰਸਨਾ ਹਰ ਰਸ ਖਾਏ। ਕਹਿੰਦੇ ਗੁਰੂ ਦੇ ਸ਼ਬਦ ਵਿੱਚ ਜੁੜਿਆ ਪਰਮਾਤਮਾ ਹਰੀ ਸਾਡੇ ਮਨ ਦੇ ਵਿੱਚ ਵਸ ਜਾਂਦਾ। ਫਿਰ ਕਹਿੰਦੇ ਜਿਹੜੀ ਜੀਵ ਆ ਉਹ ਫਿਰ ਉਹਦੀ ਜਿਹੜੀ ਰਸਨਾ ਹੈਗੀ ਆ, ਉਹ ਪਰਮਾਤਮਾ ਦੇ ਰਸ ਨੂੰ ਚੱਖਦੀ ਹੈਗੀ ਆ। ਸਹਿਜੇ ਕਾਲ ਵਿਡਾਰਿਆ, ਸੱਚ ਸਰਣਾਈ ਪਾਏ। ਕਹਿੰਦੇ ਜਦੋਂ ਜੀਵ ਸਹਿਜ ਦੇ ਵਿੱਚ ਆ ਜਾਂਦਾ ਤਾਂ ਪਰਮਾਤਮਾ ਉਸ ਨੂੰ ਗੁਰੂ ਦੀ ਸ਼ਰਨੀ ਪਾ ਦਿੰਦੇ ਨੇ, ਤੇ ਉਹਦਾ ਫਿਰ ਆਤਮਿਕ ਜਿਹੜਾ ਹੈਗਾ ਮੌਤ ਉਹ ਉਹਦੀ ਖਤਮ ਹੋ ਜਾਂਦੀ ਆ, ਉਹਨੂੰ ਆਤਮਿਕ ਜੀਵਨ ਮਿਲ ਜਾਂਦਾ। ਸਹਿਜੇ ਹਰ ਨਾਮ ਮਨ ਵਸਿਆ, ਸੱਚੀ ਕਾਰ ਕਮਾਏ।
ਕਹਿੰਦੇ ਸਹਿਜ ਵਿੱਚ ਰਹਿਣ ਦੇ ਨਾਲ ਹੀ ਹਰੀ ਦਾ ਨਾਮ ਮਨ ਦੇ ਵਿੱਚ ਵਸਦਾ, ਫਿਰ ਉਹ ਜੀਵ ਸੱਚੀ ਕਾਰ ਕਮਾਉਂਦਾ। ਸੱਚੀ ਕਾਰ ਕੀ ਆ? ਉਹ ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਨੀ, ਇਹ ਸੱਚੀ ਕਾਰ ਆ। ਸੇ ਵਡਭਾਗੀ ਜਿਨੀ ਪਾਇਆ, ਸਹਿਜੇ ਰਹੇ ਸਮਾਏ। ਕਹਿੰਦੇ ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਪਾ ਲਿਆ ਤੇ ਉਹ ਫਿਰ ਆਤਮਿਕ ਅਡੋਲਤਾ ਦੇ ਵਿੱਚ ਟਿਕੇ ਰਹਿੰਦੇ ਨੇ। ਮਾਇਆ ਵਿੱਚ ਸਹਿਜ ਨਾ ਉਪਜੈ, ਮਾਇਆ ਦੂਜੇ ਪਾਏ। ਕਹਿੰਦੇ ਜੋ ਜੀਵ ਮਾਇਆ ਵਿੱਚ ਆ ਉਹ ਫਿਰ ਆਤਮਿਕ ਅਡੋਲਤਾ ਵਿੱਚ ਨਹੀਂ ਟਿਕ ਸਕਦਾ। ਕਿਉਂ? ਜਿਹੜੀ ਮਾਇਆ ਹੈਗੀ ਆ ਉਹ ਹੈਗਾ ਪਰਮਾਤਮਾ ਨੂੰ ਛੱਡ ਕੇ ਦੂਜੇ ਪਦਾਰਥਾਂ ਨਾਲ ਪਿਆਰ ਪਾਉਣਾ, ਇਹ ਮਾਇਆ ਹੈ। ਮਨਮੁਖ ਕਰਮ ਕਮਾਵਣੇ, ਹਉਮੈ ਜਲੈ ਜਲਾਏ। ਕਹਿੰਦੇ ਫਿਰ ਜੋ ਮਾਇਆ ਦੇ ਵਿੱਚ ਗਲਤਾਨ ਹੁੰਦੇ ਨੇ, ਫਿਰ ਉਹ ਕਰਮ ਜਿਹੜੇ ਉਹਨਾਂ ਦੇ ਹੁੰਦੇ ਨੇ ਕੰਮ, ਉਹ ਮਨਮੁਖਾਂ ਵਾਲੇ ਕੰਮ ਹੁੰਦੇ ਨੇ, ਫਿਰ ਉਹ ਹਉਮੈ ਦੇ ਵਿੱਚ ਹੀ ਜਲਦੇ ਰਹਿੰਦੇ ਨੇ। ਵਾਹਿਗੁਰੂ ਜੀ। ਜੰਮਨ ਮਰਨ ਨਾ ਚੁਕਈ, ਫਿਰ ਆਵੈ ਜਾਏ। ਫਿਰ ਉਹਨਾਂ ਦਾ ਕਹਿੰਦੇ ਜਿਹੜਾ ਜੰਮਣ ਮਰਨ ਦਾ ਚੱਕਰ ਆ ਇਹ ਚੱਲਿਆ ਰਹਿੰਦਾ, ਮੁੜ ਮੁੜ ਕੇ ਉਹ ਜੂਨਾਂ ਦੇ ਵਿੱਚ ਆਉਂਦੇ ਰਹਿੰਦੇ ਨੇ। ਤ੍ਰਹਿ ਗੁਣਾ ਵਿੱਚ ਸਹਿਜ ਨਾ ਪਾਈਐ, ਤ੍ਰੈ ਗੁਣ ਪਰਮ ਭੁਲਾਏ। ਕਹਿੰਦੇ ਜਿਹੜੇ ਮਾਇਆ ਦੇ ਤਿੰਨੋਂ ਗੁਣ ਨੇ, ਰਜੋ ਸਤੋ ਤਮੋ, ਜੋ ਕੋਈ ਇਸ ਵਿੱਚ ਹੈ ਜੀਵ ਉਹ ਫਿਰ ਭਰਮਾਂ ਦਾ ਭੁੱਲਿਆ ਹੋਇਆ ਤੇ ਉਹਨੂੰ ਫਿਰ ਆਤਮਿਕ ਅਡੋਲਤਾ ਨਹੀਂ ਮਿਲਦੀ, ਉਹ ਮਾਇਆ ਦੇ ਭਰਮ ਵਿੱਚ ਹੀ ਭੁੱਲਿਆ। ਪੜੀਐ ਗੁਣੀਐ ਕਿਆ ਕਥੀਐ, ਜਾ ਮੁੰਡੋ ਕੁੱਥਾ ਜਾਏ। ਕਹਿੰਦੇ ਜੋ ਕੋਈ ਜੀਵ ਹੈ ਉਹ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਹੀ ਹੈ ਤੇ ਫਿਰ ਉਹ ਕੋਈ ਧਾਰਮਿਕ ਪੁਸਤਕਾਂ ਪੜ੍ਹਦਾ ਹੈਗਾ, ਕਿ ਦੂਜਿਆਂ ਨੂੰ ਸੁਣਾਉਂਦਾ ਹੈਗਾ, ਉਹਨਾਂ ਬਾਰੇ ਗੱਲਾਂ ਬਾਤਾਂ ਕਰਦਾ, ਉਹਦਾ ਕੋਈ ਫਾਇਦਾ ਨਹੀਂ। ਕਹਿੰਦੇ ਕਿਉਂਕਿ ਉਹਨੂੰ ਜੀਵਨ ਦੀ ਅਸਲੀਅਤ ਦਾ ਪਤਾ ਨਹੀਂ ਲੱਗਿਆ। ਜਦੋਂ ਆਪ ਪਤਾ ਨਹੀਂ ਹੈਗਾ ਤਾਂ ਦੂਜਿਆਂ ਨੂੰ ਫਿਰ ਕੀ ਦੱਸ ਸਕਦਾ ਵਿਚਾਰਾ। ਵਾਹਿਗੁਰੂ ਜੀ, ਵਾਹਿਗੁਰੂ। ਚੌਥੇ ਪਦ ਮੈਂ ਸਹਿਜ ਹੈ, ਗੁਰਮੁਖ ਪੱਲੇ ਪਾਏ। ਕਹਿੰਦੇ ਜਦੋਂ ਕੋਈ ਜੀਵ ਇਹਨਾਂ ਤਿੰਨਾਂ ਮਾਇਆ ਦੇ ਗੁਣਾਂ ਤੋਂ ਉੱਪਰ ਉੱਠ ਕੇ ਚੌਥੇ ਵਿੱਚ ਪਹੁੰਚ ਜਾਂਦਾ, ਉੱਥੇ ਫਿਰ ਆਤਮਿਕ ਅਡੋਲਤਾ ਮਿਲਦੀ ਆ। ਇਹ ਗੁਰੂ ਦੀ ਸ਼ਰਨ ਪਿਆ ਇਹ ਜਿਹੜਾ ਚੌਥਾ ਪਦ ਆ ਪੱਲੇ ਪੈਂਦਾ ਹੈ। ਨਿਰਗੁਣ ਨਾਮ ਨਿਧਾਨ ਹੈ, ਸਹਿਜੈ ਸੋਜੀ ਹੋਏ। ਕਹਿੰਦੇ ਉਸ ਨਿਰਗੁਣ ਪਰਮਾਤਮਾ ਦਾ ਜਿਹੜਾ ਨਾਮ ਆ, ਕਹਿੰਦੇ ਉਹ ਗੁਣਾਂ ਦਾ ਖਜ਼ਾਨਾ ਹੈਗਾ, ਉਹ ਹਰ ਇੱਕ ਚੀਜ਼ ਦਾ ਹੀ ਖਜ਼ਾਨਾ, 9 ਨਿਧੀਆਂ ਸਭ ਕੁਝ ਉੱਥੇ ਆ। ਕਹਿੰਦੇ ਪਰ ਇਹਦੀ ਸੋਝੀ ਜੋ ਕੋਈ ਸਹਿਜ ਵਿੱਚ ਆ ਉਹਨੂੰ ਹੁੰਦੀ ਆ। ਗੁਣਵੰਤੀ ਸਲਾਹਿਆ, ਸੱਚੈ ਸੱਚੀ ਸੋਏ। ਕਹਿੰਦੇ ਜੋ ਗੁਣਾਂ ਵਾਲੇ ਨੇ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਉਸ ਸੱਚੇ ਦੀ, ਫਿਰ ਸੱਚੇ ਹੋ ਜਾਂਦੇ ਨੇ ਤੇ ਉਹਨਾਂ ਦੀ ਵਡਿਆਈ ਵੀ ਫਿਰ ਸੱਚੀ ਹੋ ਜਾਂਦੀ ਆ। ਭੁੱਲਿਆ ਸਹਿਜ ਮਿਲਾਏ ਸੀ, ਸ਼ਬਦ ਮਿਲਾਵਾ ਹੋਏ। ਫਿਰ ਕਹਿੰਦੇ ਹਰੀ ਪਰਮੇਸ਼ਰ ਕਹਿੰਦੇ ਬਹੁਤ ਕਿਰਪਾਲੂ ਆ, ਭੁੱਲਿਆਂ ਨੂੰ ਵੀ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਜੋੜ ਕੇ ਕਹਿੰਦੇ ਉਹਨਾਂ ਨੂੰ ਵੀ ਸਹਿਜ ਦੇ ਵਿੱਚ ਲੈ ਆਉਂਦਾ ਤੇ ਸ਼ਬਦ ਦੇ ਨਾਲ ਉਹਨਾਂ ਦਾ ਵੀ ਮਿਲਾਪ ਕਰਵਾ ਦਿੰਦਾ। ਬਿਨ ਸਹਿਜੇ ਸਭ ਅੰਧ ਹੈ, ਮਾਇਆ ਮੋਹ ਗੁਬਾਰ। ਕਹਿੰਦੇ ਜਦੋਂ ਤੱਕ ਸਹਿਜ ਨਹੀਂ ਮਿਲਦਾ ਨਾ, ਉਹ ਫਿਰ ਜੀਵ ਮਾਇਆ ਦੇ ਵਿੱਚ ਅੰਨਾ ਹੋਇਆ ਰਹਿੰਦਾ ਤੇ ਮਾਇਆ ਦਾ ਮੋਹ ਦਾ ਹਨੇਰਾ ਹੀ ਉਹਨੂੰ ਕਹਿੰਦੇ ਘੇਰੀ ਰੱਖਦਾ ਹੈ। ਸਹਿਜੇ ਹੀ ਸੋਜੀ ਪਈ, ਸੱਚੈ ਸ਼ਬਦ ਅਪਾਰ। ਕਹਿੰਦੇ ਉਸ ਸੱਚੇ ਦੇ, ਉਸ ਅਪਾਰ ਪਾਰ ਬ੍ਰਹਮ ਦੇ ਸ਼ਬਦ ਦੇ ਨਾਲ ਸਹਿਜ ਵਿੱਚ ਟਿਕਿਆਂ ਹੀ ਸੋਝੀ ਪੈਂਦੀ ਆ, ਉਹਦੇ ਬਾਰੇ ਜਾਣਕਾਰੀ ਹੁੰਦੀ ਆ। ਆਪੇ ਬਖਸ਼ ਮਿਲਾਇਨ, ਪੂਰੇ ਗੁਰ ਕਰਤਾਰ। ਜਿਸ ਜੀਵ ਨੂੰ ਵੀ ਕਹਿੰਦੇ ਮਿਲਾਉਂਦੇ ਨੇ ਗੁਰੂ ਤੇ ਕਰਤਾਰ ਆਪੇ ਹੀ ਬਖਸ਼ਿਸ਼ ਕਰਕੇ ਮਿਲਾਉਂਦੇ ਨੇ। ਸਹਿਜੇ ਅਦਿਸ਼ਟ ਪਛਾਣੀਐ, ਨਿਰਭਉ ਜੋਤ ਨਿਰੰਕਾਰ। ਕਹਿੰਦੇ ਸਹਿਜ ਵਿੱਚ ਟਿਕਿਆਂ ਹੀ ਉਹ ਅਦ੍ਰਿਸ਼ਟ ਪਰਮਾਤਮਾ ਜੋ ਦਿਸ਼ ਸਾਨੂੰ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦਾ, ਕਿਉਂਕਿ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਪਿੰਨ। ਕਹਿੰਦੇ ਉਹ ਨਿਰਭਉ ਪਰਮਾਤਮਾ, ਉਹ ਜੋਤ
ਜੋਤ ਜਿਹਦਾ ਹਮੇਸ਼ਾ ਚਾਨਣ ਹੀ ਰਹਿੰਦਾ ਹੈਗਾ, ਜਿਹਦਾ ਕੋਈ ਆਕਾਰ ਨਹੀਂ, ਸਹਿਜ ਵਿੱਚ ਟਿਕਿਆ ਹੀ ਸਭ ਕੁਛ ਪਰਮਾਤਮਾ ਬਾਰੇ ਪਛਾਣ ਆਉਂਦੀ ਆ। ਸਭਨਾ ਜੀਆਂ ਕਾ ਇੱਕ ਦਾਤਾ, ਜੋਤੀ ਜੋਤ ਮਿਲਾਵਣ ਹਾਰ। ਕਹਿੰਦੇ ਉਹ ਸਾਰਿਆਂ ਦਾ ਇੱਕ ਦਾਤਾ, ਉਹੀ ਸਾਰਿਆਂ ਦੀ ਜੋਤੀ ਨੂੰ ਆਪਣੀ ਜੋਤ ਦੇ ਵਿੱਚ ਮਿਲਾਉਣ ਵਾਲਾ ਹੈ। ਪੂਰੇ ਸ਼ਬਦ ਸਲਾਹੀਐ, ਜਿਸ ਦਾ ਅੰਤ ਨਾ ਪਾਰਾਵਾਰ। ਕਹਿੰਦੇ ਉਹ ਪਰਮਾਤਮਾ ਜਿਹਦਾ ਕੋਈ ਅੰਤ ਨਹੀਂ ਹੈਗਾ, ਨਾ ਉਰਲਾ ਬੰਨਾ ਨਾ ਪਰਲਾ ਬੰਨਾ, ਕਿਸੇ ਨੂੰ ਨਹੀਂ ਪਤਾ ਉਹਦੀ ਸਲਾਹਨਾ ਸਿਰਫ ਗੁਰੂ ਦੇ ਪੂਰੇ ਸ਼ਬਦ ਦੇ ਨਾਲ ਕੀਤੀ ਜਾ ਸਕਦੀ ਆ। ਗਿਆਨੀਆਂ ਕਾ ਧਨ ਨਾਮ ਹੈ, ਸਹਿਜ ਕਰੈ ਵਾਪਾਰ। ਉਹ ਕਹਿੰਦੇ ਗਿਆਨੀ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਬਾਰੇ ਜਾਣਕਾਰੀ ਹੋ ਗਈ ਆ, ਜਿਨ੍ਹਾਂ ਨੂੰ ਕੁਛ ਗਿਆਨ ਹੋ ਗਿਆ ਗੁਰੂ ਦੇ ਲੜ ਲੱਗ ਕੇ, ਉਹਨਾਂ ਦਾ ਕਹਿੰਦੇ ਜਿਹੜਾ ਧਨ ਆ ਉਹਦਾ ਨਾਮ ਹੀ ਆ, ਅਤੇ ਸਹਿਜ ਵਿੱਚ ਟਿਕ ਕੇ ਉਹਦੇ ਨਾਮ ਦਾ ਵਪਾਰ ਕਰਦੇ ਨੇ, ਨਾਮ ਦੀ ਰਾਸ ਪੂੰਜੀ ਇਕੱਠੀ ਕਰਦੇ ਨੇ। ਅਨ ਦਿਨ ਲਾਹਾ ਹਰ ਨਾਮ ਲੈਣ, ਅਖੁੱਟ ਭਰੇ ਭੰਡਾਰ। ਨਾਨਕ ਤੋਟ ਨ ਆਵਈ, ਦੀਏ ਦੇਵਣ ਹਾਰ। ਕਹਿੰਦੇ ਫਿਰ ਉਹ ਹਰ ਰੋਜ਼ ਉਸ ਪਰਮਾਤਮਾ ਦੇ ਨਾਮ ਦਾ ਲਾਹਾ ਲੈਂਦੇ ਨੇ, ਅਤੇ ਉਹਨਾਂ ਕੋਲ ਕਹਿੰਦੇ ਪਰਮਾਤਮਾ ਦੇ ਨਾਮ ਦੇ ਵੱਡੇ ਵੱਡੇ ਭੰਡਾਰ, ਅਖੁੱਟ ਨਾ ਖਤਮ ਹੋਣ ਵਾਲੇ ਭੰਡਾਰ ਇਕੱਠੇ ਹੋ ਜਾਂਦੇ ਨੇ। ਹਰ ਰੋਜ਼ ਇਕੱਠਾ ਕਰਦੇ ਨੇ ਉਹ ਨਾਮ ਦਾ ਭੰਡਾਰਾ। ਜਿੱਦਾਂ ਕਹਿੰਦੇ ਫਿਰ ਜਿਹੜੇ ਨਾਨਕ ਜੀ ਕਹਿੰਦੇ ਨੇ ਵੀ ਇਹ ਜਿਹੜੇ ਭੰਡਾਰੇ ਨੇ ਇਹ ਉਹ ਦੇਣ ਵਾਲੇ ਨੇ, ਉਹਨਾਂ ਨੂੰ ਦਿੱਤੇ ਨੇ, ਅਤੇ ਉਹਨੂੰ ਦਿੰਦੇ ਨੂੰ ਤੋਟ ਨਹੀਂ ਆਉਂਦੀ, ਉਹਦੇ 'ਤੇ ਖੁੱਲ੍ਹੇ ਖਜ਼ਾਨੇ ਭਰੇ ਨੇ ਇਹਦੇ, ਔਰ ਜੋ ਲੈ ਸਕਦੇ ਨੇ ਉਹੀ ਲੈਂਦੇ ਨੇ। ਫਿਰ ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸ੍ਰੀ ਰਾਗ ਮਹੱਲਾ ਤੀਜਾ। ਸਤਿਗੁਰ ਮਿਲਿਐ ਫੇਰ ਨਾ ਪਵੈ, ਜਨਮ ਮਰਨ ਦੁਖ ਜਾਏ। ਪੂਰੇ ਸ਼ਬਦ ਸਭ ਸੋਝੀ ਹੋਈ, ਹਰ ਨਾਮੈ ਰਹੇ ਸਮਾਏ। ਕਹਿੰਦੇ ਜਿਸ ਜੀਵ ਨੂੰ ਸਤਿਗੁਰ ਮਿਲ ਪੈਂਦੇ ਨੇ, ਫਿਰ ਉਹਦਾ ਕਹਿੰਦੇ ਜਿਹੜਾ ਜਨਮ ਮਰਨ ਦਾ ਦੁੱਖ ਆ ਉਹ ਕੱਟਿਆ ਜਾਂਦਾ, ਉਹਨੂੰ ਜੂਨਾਂ 'ਚ ਨਹੀਂ ਪੈਣਾ ਪੈਂਦਾ। ਅਤੇ ਕਹਿੰਦੇ ਵੀ ਪੂਰੇ ਸ਼ਬਦ ਸਭ ਸੋਝੀ ਹੋਈ, ਗੁਰੂ ਦੇ ਸ਼ਬਦ ਦੇ ਵਿੱਚ ਜੁੜਨ ਦੇ ਨਾਲ ਉਹਨਾਂ ਨੂੰ ਇਸ ਗੱਲ ਦੀ ਸੋਝੀ ਹੁੰਦੀ ਆ, ਅਤੇ ਫਿਰ ਉਹ ਹਰੀ ਦੇ ਨਾਮ ਵਿੱਚ ਸਮਾਏ ਰਹਿੰਦੇ ਨੇ। ਮਨ ਮੇਰੇ ਸਤਿਗੁਰ ਸਿਉ ਚਿਤ ਲਾਏ, ਨਿਰਮਲ ਨਾਮ ਸਦ ਨਵਤਨੋ, ਆਪ ਵਸੈ ਮਨ ਆਏ। ਰਹਾਓ। ਕਹਿੰਦੇ ਹੇ ਮੇਰੇ ਮਨ, ਉਸ ਸਤਿਗੁਰ ਦੇ ਨਾਲ ਚਿੱਤ ਲਾਈ ਰੱਖ, ਉਹਦੀ ਸ਼ਰਨ ਵਿੱਚ ਪਿਆ ਰਹਿ। ਫਿਰ ਕੀ ਹੁੰਦਾ? ਫਿਰ ਕਹਿੰਦੇ ਜਿਹੜਾ ਨਿਰਮਲ ਨਾਮ ਆ, ਜਿਹੜਾ ਸਦਾ ਹੀ ਨਵਾਂ, ਅਤੇ ਉਹ ਪਰਮਾਤਮਾ ਮਨ ਦੇ ਵਿੱਚ ਆ ਵਸਦਾ। ਜਿਹੜਾ ਨਵਾਂ ਨਾਮ ਆ ਪਰਮਾਤਮਾ ਦਾ, ਉਹ ਹਰ ਰੋਜ਼ ਹੀ ਨਵਾਂ ਹੀ ਖੇੜਾ ਦਿੰਦਾ। ਪਰਮਾਤਮਾ ਦਾ ਨਾਮ ਜਪਿਆ ਹਰ ਰੋਜ਼ ਨਵਾਂ ਹੀ ਖੇੜਾ ਆਉਂਦਾ, ਕਿਉਂਕਿ ਉਹ ਪਰਮਾਤਮਾ ਹਮੇਸ਼ਾ ਹੀ ਨਵਾਂ, ਉਹ ਕਦੇ ਬੁੱਢਾ ਨਹੀਂ ਹੁੰਦਾ, ਹਮੇਸ਼ਾ ਹੀ ਬਾਲਕ ਹੈਗਾ। ਉਹ ਮਤਲਬ ਜਿੱਦਾਂ ਕਹਿੰਦੇ ਨੇ ਸਤਿਚਿਤ ਆਨੰਦ ਆ, ਹਮੇਸ਼ਾ ਹੀ ਖਿੜਿਆ ਰਹਿਣ ਵਾਲਾ। ਜਦੋਂ ਜਿਹੜਾ ਕੋਈ ਉਹਦੇ ਨਾਮ ਦੇ ਵਿੱਚ ਰਲ ਗਿਆ, ਜੁੜ ਗਿਆ, ਫਿਰ ਉਹਦੇ ਨਾਲ ਵੀ ਇਹੀ ਖੇਡਾਂ ਵਰਤਦੀਆਂ ਨੇ, ਕਿਉਂਕਿ ਉਹ ਸੱਚੇ ਦੇ ਨਾਲ ਜੁੜ ਜਾਂਦਾ ਨਾ, ਫਿਰ ਉਹਨੂੰ ਵੀ ਆਨੰਦ ਖੇੜਾ ਬਣਿਆ ਰਹਿੰਦਾ। ਰਹਾਉ। ਹਰ ਜੀਉ ਰਾਖੋ ਆਪਣੀ ਸਰਨਾਈ, ਜਿਉਂ ਰਾਖੈ ਤਿਉਂ ਰਹਿਣਾ। ਗੁਰ ਕੈ ਸ਼ਬਦ ਦੀ ਜੀਵਤ ਮਰੈ, ਗੁਰਮੁਖ ਭਵ ਜਲ ਤਰਣਾ। ਹਰ ਜੀਉ ਰਾਖੋ ਆਪਣੀ ਸਰਨਾਈ, ਜਿਉਂ ਰਾਖੈ ਤਿਉਂ ਰਹਿਣਾ। ਗੁਰ ਕੈ ਸ਼ਬਦ ਜੀਵਤ ਮਰੈ, ਗੁਰਮੁਖ ਭਵ ਜਲ ਤਰਣਾ। ਫਿਰ ਕਹਿੰਦੇ ਹੇ ਪਰਮਾਤਮਾ, ਕਹਿੰਦੇ ਜਿਵੇਂ ਤੇਰੀ ਰਜ਼ਾ ਹੈਗੀ ਆ ਆਪਣੀ ਸ਼ਰਨ ਵਿੱਚ ਰੱਖ, ਕਿਉਂਕਿ ਰਹਿਣਾ ਤਾਂ ਅਸੀਂ ਉਵੇਂ ਹੀ ਆ ਜਿਵੇਂ ਤੂੰ ਸਾਨੂੰ ਰੱਖਣਾ। ਫਿਰ ਕਹਿੰਦੇ ਜੋ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਜਿਉਂਦਿਆਂ ਹੀ ਮਰ ਜਾਂਦੇ ਨੇ, ਜਿਉਂਦਿਆਂ ਮਰਨਾ ਹੁੰਦਾ, ਫਿਰ ਦੁਨੀਆ ਵਿੱਚ ਵਿਚਰਦਿਆਂ ਹੋਇਆਂ ਹੀ ਵਿਕਾਰਾਂ ਤੋਂ ਨਿਰਲੇਪ ਹੋ ਜਾਣਾ। ਕਹਿੰਦੇ ਗੁਰੂ ਦੇ ਸਨਮੁਖ ਰਿਹਾ ਫਿਰ ਭਵਜਲ ਤਰ ਲਈਦਾ, ਇਹ ਸੰਸਾਰ ਰੂਪੀ ਭਵਜਲ ਤਰ ਹੋ ਜਾਂਦਾ, ਜੀਵਤਿਆਂ ਮਰ ਹੋ ਜਾਂਦਾ, ਇਹਨਾਂ ਵਿਕਾਰਾਂ ਤੋਂ ਖਲਾਸੀ ਹੋ ਜਾਂਦੀ ਆ ਗੁਰੂ ਦੇ ਸ਼ਬਦ ਨਾਲ ਜੁੜ ਕੇ।
ਵੱਡਾ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਸੁਹਾਈ। ਕਹਿੰਦੇ ਉਹਦਾ ਨਾਂ ਵੱਡੇ ਭਾਗਾਂ ਨਾਲ ਹੀ ਪਾ ਹੁੰਦਾ। ਫਿਰ ਗੁਰੂ ਦੀ ਮੱਤ ਤੇ ਚੱਲਿਆ, ਗੁਰੂ ਦੇ ਸ਼ਬਦ ਦੇ ਨਾਲ ਜੁੜਿਆ ਆਤਮਿਕ ਜੀਵਨ ਸੋਹਣਾ ਬਣ ਜਾਂਦਾ ਹੈ। ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਿਹਾ ਸਮਾਈ। ਜਦੋਂ ਗੁਰੂ ਦੇ ਸ਼ਬਦ ਦੇ ਨਾਲ ਜੁੜਦੇ ਹਾਂ ਫਿਰ ਸਹਿਜਤਾ ਵਿੱਚ ਸਮਾਈ ਹੋ ਜਾਂਦੀ ਆ। ਫਿਰ ਪਰਮਾਤਮਾ ਜੀਵ ਦੇ ਮਨ ਵਿੱਚ ਵਸਿਆ ਰਹਿੰਦਾ ਤੇ ਉਹਦੀ ਸੁਰਤ ਪਰਮਾਤਮਾ ਨਾਲ ਜੁੜੀ ਰਹਿੰਦੀ ਆ। ਇਕ ਨਾ ਮਨ ਮੁਖ ਸ਼ਬਦ ਨਾ ਭਾਵੈ ਬੰਧਨ ਬੰਧ ਪਵਾਇਆ। ਲੱਖ 84 ਫਿਰ ਆਵੈ ਬਿਰਥਾ ਜਨਮ ਗਵਾਇਆ। ਕਹਿੰਦੇ ਇੱਕ ਮਨਮੁਖ ਨੇ, ਕਹਿੰਦੇ ਉਹਨਾਂ ਨੂੰ ਗੁਰੂ ਦਾ ਸ਼ਬਦ ਚੰਗਾ ਨਹੀਂ ਲੱਗਦਾ। ਫਿਰ ਕਹਿੰਦੇ ਉਹ ਮਾਇਆ ਦੇ ਬੰਧਨਾਂ ਦੇ ਵਿੱਚ ਹੀ ਬੰਧੇ ਰਹਿੰਦੇ ਨੇ, ਮੁੜ ਮੁੜ ਕੇ ਜਨਮ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਨੇ। ਕਹਿੰਦੇ ਉਹਨਾਂ ਨੂੰ ਫਿਰ 84 ਲੱਖਾਂ ਜੀਵਨ ਦੀਆਂ ਜਿਹੜੀ ਜੋਨੀਆਂ ਨੇ ਉਹਨਾਂ ਵਿੱਚੋਂ ਤਾਂ ਉਹ ਨਿਕਲ ਕੇ ਆਏ ਹੁੰਦੇ ਨੇ। ਮਨੁੱਖਾ ਜਨਮ ਮਿਲਿਆ ਹੈ ਪਰ ਫਿਰ ਵੀ ਇਹ ਜਿਹੜਾ ਮਨੁੱਖਾ ਜਨਮ ਆ ਵਿਅਰਥ ਚਲੇ ਗਿਆ ਕਿ ਗੁਰੂ ਦੇ ਸ਼ਬਦ ਨਾਲ ਜੁੜ ਕੇ ਪਰਮਾਤਮਾ ਦੇ ਨਾਮ ਦੀ ਕਮਾਈ ਨਾ ਕਰ ਹੋਈ। ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ। ਭਗਤਾਂ ਮਨ ਆਨੰਦ ਹੈ ਸੱਚੈ ਸ਼ਬਦ ਰੰਗ ਰਾਤੇ। ਕਹਿੰਦੇ ਜਿਹੜੇ ਪਰਮਾਤਮਾ ਦੇ ਹਰੀ ਦੇ ਭਗਤ ਨੇ ਉਹਨਾਂ ਦੇ ਮਨ ਵਿੱਚ ਆਨੰਦ ਬਣਿਆ ਰਹਿੰਦਾ। ਕਿਉਂ ਬਣਿਆ ਰਹਿੰਦਾ? ਕਿਉਂਕਿ ਉਹਦੇ ਸ਼ਬਦ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਵਾਹਿਗੁਰੂ ਵਾਹਿਗੁਰੂ। ਆਂਦਿਨ ਗੁਣ ਗਾਵੈ ਸਦ ਨਿਰਮਲ ਸਹਿਜੇ ਨਾਮ ਸਮਾਤੇ। ਕਹਿੰਦੇ ਉਹ ਸਦਾ ਨਿਰਮਲ ਪਰਮਾਤਮਾ ਦੇ ਹਰ ਰੋਜ਼ ਗੁਣ ਗਾਉਂਦੇ ਨੇ ਤੇ ਸਹਿਜ ਵਿੱਚ ਟਿਕ ਕੇ ਪਰਮਾਤਮਾ ਦੇ ਨਾਮ ਵਿੱਚ ਲੀਨ ਹੋਏ ਰਹਿੰਦੇ ਨੇ। ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ। ਕਹਿੰਦੇ ਜੋ ਜੀਵ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਪਰਮਾਤਮਾ ਨੂੰ ਹਰ ਇੱਕ ਥਾਂ ਵਿਆਪਕ ਸਮਝ ਕੇ, ਹਰ ਇੱਕ ਦੇ ਵਿੱਚ ਵਸਦਾ ਪਰਮਾਤਮਾ ਨੂੰ ਸਮਝ ਕੇ ਕਹਿੰਦੇ ਉਹ ਅੰਮ੍ਰਿਤ ਬਾਣੀ ਬੋਲਦੇ ਨੇ। ਉਹਨਾਂ ਦੀ ਬਾਣੀ ਅੰਮ੍ਰਿਤ ਵਰਗੀ ਹੁੰਦੀ ਆ, ਕਹਿੰਦੇ ਮਿੱਠੀ ਬਾਣੀ ਬੋਲਦੇ ਆ। ਏਕੋ ਸੇਵਨ ਏਕ ਅਰਾਧੈ ਗੁਰਮੁਖ ਅਕਥ ਕਹਾਣੀ। ਕਹਿੰਦੇ ਉਹ ਗੁਰੂ ਦੇ ਸਨਮੁਖ ਰਹਿ ਕੇ ਉਹ ਪਰਮਾਤਮਾ ਜਿਹਦੀ ਕਹਾਣੀ ਆ ਉਹ ਕਥੀ ਨਹੀਂ ਜਾ ਸਕਦੀ, ਅਕਥ ਆ। ਗੁਣ ਉਹਦੀ ਸੇਵਾ ਕਰਦੇ ਨੇ ਇੱਕ ਪਰਮਾਤਮਾ ਦੀ, ਉਹਨੂੰ ਇੱਕ ਨੂੰ ਅਰਾਧਦੇ ਨੇ, ਉਹਦੀਆਂ ਕਥਾ ਕਹਾਣੀ ਦੀਆਂ ਗੱਲਾਂ ਕਰਦੇ ਨੇ। ਪਰ ਉਹਦੀ ਜਿਹੜੀ ਕਹਾਣੀ ਆ ਉਹ ਅਕਥ ਆ। ਜਿੰਨੀਆਂ ਮਰਜ਼ੀ ਆਪਾਂ ਉਹਦੀਆਂ ਗੱਲਾਂ ਕਰ ਲਈਏ ਉਹਦੀ ਜਿਹੜੀ ਪੂਰੀ ਗੱਲ ਸਮਝ ਨਹੀਂ ਲੱਗਣੀ ਪਰਮਾਤਮਾ ਦੀ। ਉਹਦਾ ਭੇਦ ਸਾਨੂੰ ਨਹੀਂ ਖੁੱਲ੍ਹ ਸਕਦਾ। ਉਹਦੀ ਕਹਾਣੀ ਅਕਥ ਆ। ਸੱਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਨ ਆਏ। ਕਹਿੰਦੇ ਉਸ ਸੱਚੇ ਪਰਮਾਤਮਾ ਦੀ ਸੇਵਾ ਕਰਨੀ ਚਾਹੀਦੀ ਆ ਤੇ ਗੁਰੂ ਦੇ ਸਨਮੁਖ ਰਹਿੰਦਿਆਂ ਉਹ ਫਿਰ ਮਨ ਵਿੱਚ ਆ ਕੇ ਵਸ ਜਾਂਦਾ। ਜਿੱਦਾਂ ਆਪਾਂ ਅੱਗੇ ਵੀ ਸੰਗਤ ਜੀ ਵਿਚਾਰ ਕਰਦੇ ਆਏ ਹਾਂ, ਜਿੱਥੇ ਸੇਵਾ ਸ਼ਬਦ ਆਉਂਦਾ, ਸੇਵਾ ਦਾ ਅਰਥ ਹੈ ਕਿ ਪ੍ਰੇਮਾ ਭਗਤੀ। ਗੁਰੂ ਦੀ ਸੇਵਾ ਹੋ ਸਕਦੀ ਆ, ਪਰਮਾਤਮਾ ਦੀ ਸੇਵਾ ਹੋ ਸਕਦੀ ਆ। ਗੁਰੂ ਨੂੰ ਪਰਮਾਤਮਾ ਵੀ ਕਿਹਾ, ਪਰਮਾਤਮਾ ਨੂੰ ਗੁਰੂ ਵੀ ਵਰਤਿਆ ਹੈ ਸ਼ਬਦ। ਗੁਰਬਾਣੀ ਵਿੱਚ ਬਹੁਤ ਜਗ੍ਹਾ ਇੱਦਾਂ ਆਇਆ ਹੈ। ਜਿਹੜੀ ਇਹ ਸੇਵਾ, ਸੇਵਾ ਦਾ ਮਤਲਬ ਭਗਤੀ, ਪ੍ਰੇਮਾ ਭਗਤੀ। ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ। ਕਹਿੰਦੇ ਜਿਹੜੇ ਸਦਾ ਹੀ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਪ੍ਰੇਮ ਦੇ ਨਾਲ ਕਹਿੰਦੇ ਰੰਗ ਕੇ ਲੱਗੇ ਰਹਿੰਦੇ ਨੇ, ਪਰਮਾਤਮਾ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਆਪੇ ਕਰੇ ਕਰਾਏ ਆਪੇ ਇਕ ਨਾ ਸੁੱਤਿਆਂ ਦੇ ਜਗਾਏ। ਕਹਿੰਦੇ ਇਹ ਤਾਂ ਵੀ ਹੁਣ ਪਰਮਾਤਮਾ ਦੀ ਖੇਡ ਆ। ਕਹਿੰਦੇ ਇੱਕ ਨਾ ਨੂੰ ਕਹਿੰਦੇ ਮਾਇਆ ਦੇ ਵਿੱਚ ਜਿਹੜੇ ਗਲਤਾਨ ਨੇ, ਸੁੱਤੇ ਪਏ ਨੇ, ਉਹਨਾਂ ਨੂੰ ਜਗਾ ਕੇ ਵੀ ਆਪਣਾ ਨਾਮ ਦੇ ਦਿੰਦਾ, ਉਹਨਾਂ ਨੂੰ ਵੀ ਸੋਝੀ ਪਾ ਦਿੰਦਾ। ਇਹ ਤਾਂ ਪਰਮਾਤਮਾ ਦੇ ਰੰਗ ਨੇ। ਬਸ ਉਹਦਾ ਨਾਮ ਲੈਣਾ ਨਾ ਛੱਡੀਏ, ਉਹਨੂੰ ਅਰਦਾਸ ਕਰਨੀ ਨਾ ਛੱਡੀਏ। ਉਹਦੇ ਰੰਗ ਨੇ, ਪਤਾ ਨਹੀਂ ਕਿਹੜੇ ਰੰਗਾਂ 'ਚ ਰਾਜੀ ਆ, ਕਿਸ ਦਿਨ ਨਾਮ ਦੀ ਦਾਤ ਝੋਲੀ ਪਾ ਦੇਣੀ ਆ। ਆਪੇ ਮੇਲ ਮਿਲਾਈ ਦਾ ਨਾਨਕ ਸ਼ਬਦ ਸਮਾਏ।
ਫਿਰ ਨਾਨਕ ਜੀ ਕਹਿੰਦੇ ਨੇ ਕਿ ਗੁਰੂ ਦੇ ਸ਼ਬਦ ਦੇ ਨਾਲ ਜੋੜ ਕੇ ਪਰਮਾਤਮਾ ਆਪੇ ਹੀ ਮੇਲ ਮਿਲਾ ਲੈਂਦਾ ਹੈ ਜੀਵ ਦੇ ਨਾਲ। ਉਹਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ, ਜਦੋਂ ਉਹਦਾ ਦਿਲ ਕਰੇ ਉਹ ਕੁਛ ਵੀ ਕਰ ਸਕਦਾ। ਸਾਨੂੰ ਨਹੀਂ ਪਤਾ ਕਿ ਕਿਸ ਦਿਨ ਸਾਡੇ ਭਾਗ ਜਾਗ ਪੈਣੇ ਨੇ, ਸਾਡੇ ਝੋਲੀ ਵਿੱਚ ਨਾਮ ਦੀ ਦਾਤ ਪਾ ਦੇਣੀ ਆ ਅਤੇ ਅਸੀਂ ਇਸ ਸੰਸਾਰ ਸਮੁੰਦਰ ਨੂੰ, ਇਸ ਭਵਜਨ ਨੂੰ ਤਰ ਜਾਣਾ ਹੈ। ਬਸ ਉਹਦੇ ਅੱਗੇ ਰਜੋਈ ਕਰੀਏ, ਉਹਦਾ ਨਾਮ ਸਿਮਰੀਏ। ਹਾਂਜੀ ਸੰਗਤ ਜੀ, ਇੰਨੀ ਸੇਵਾ ਪ੍ਰਵਾਨ ਕਰਨੀ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਗਲਤੀਆਂ ਭੁੱਲਾਂ ਚੁੱਕਾਂ ਦਾਸੀ ਦੀ ਝੋਲੀ ਪਾਉਣੀਆਂ ਜੀ। ਸੱਚੇ ਪਾਤਸ਼ਾਹ ਜੀ, ਪਰਮੇਸ਼ਰ ਜੀ ਆਪ ਦੀ ਇਸ ਬੱਚੀ ਤੋਂ, ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੁੰਦੀਆਂ ਨੇ ਜੀ। ਆਪ ਦੀ ਅਣਜਾਣ ਬੱਚੀ ਸਮਝ ਕੇ ਬਖਸ਼ ਦਿਓ ਸਤਿਗੁਰੂ ਜੀ, ਅੱਗੇ ਤੋਂ ਸਮੱਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਵਾਹਿਗੁਰੂ।